ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਸਿਰਫ ਉਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ ਜਦ ਜਾਂ ਫਿਰ ਉਹਨਾਂ ਦਾ ਸ਼ਹੀਦੀ ਦਿਹਾੜਾ ਬਾਈਕ ਰਾਈਡਰਸ ਵੱਲੋਂ ਜਿਹੜੀ ਹੈ ਲਗਾਤਾਰ ਕਹੀਏ ਕਿ ਇੱਕ ਅਜਿਹੀ ਮਿਸਾਲ ਪੈਦਾ ਕਰ ਰਹੇ ਨੇ, ਇੱਕ ਮੋਟੀਵੇਸ਼ਨ ਜਿਹੜੀ ਹੈ ਉਹ ਨੌਜਵਾਨਾਂ ਨੂੰ ਦੇ ਰਹੇ ਨੇ ਕਿ ਕੁਰਬਾਨੀਆਂ ਨੂੰ ਨਾ ਭੁੱਲਿਆ ਜਾਵੇ। ਅੱਜ ਕੱਲ੍ਹ ਦੀ ਜਨਰੇਸ਼ਨ ਇਹਨਾਂ ਨੂੰ ਭੁੱਲ ਹੀ ਚੁੱਕੀ ਹੈ। ਸਿਰਫ ਕਿਤਾਬਾਂ ਤੇ ਪੁਸਤਕਾਂ 'ਚ, ਸਿਰਫ ਇਸ਼ਤਿਹਾਰਾਂ 'ਚ ਇਹਨਾਂ ਨੂੰ ਦੇਖਦੀ ਹੈ। ਉਹ ਰਾਈਡਰ ਜਦੋਂ ਮੈਨੂੰ ਦੇਖਦੇ ਆ ਕਿ ਰਾਈਡ ਕਰ ਰਿਹਾ ਸ਼ਹੀਦਾਂ ਪ੍ਰਤੀ, ਉਹਨਾਂ ਦਾ ਜਿਹੜਾ ਜਜ਼ਬਾ ਹੁੰਦਾ ਉਹ ਮੈਨੂੰ ਉਹ ਪ੍ਰੇਰਨਾ ਜਗਾਉਂਦੀ ਉਹਨਾਂ ਦੀ। ਜਦੋਂ ਉਹ ਮੈਨੂੰ ਇਨਵਾਈਟ ਕਰਦੇ ਆ, ਸਪੈਸ਼ਲ ਆਪਣਾ ਕਾਲਿੰਗ ਕਰਦੇ ਆ, ਮੈਨੂੰ ਇਸ ਰੋਡ ਤੇ ਕ੍ਰੋਸ ਕਰ ਰਹੇ ਤਾਂ ਪਲੀਜ਼ ਸਾਡੇ ਕੋਲ स्टे करो आज। जज्बा देख के मतलब एक राइडर ऐसा है, हम भी राइडर है, लेकिन किसी को चोट लगी वो अनपॉसिबल जो राइड कर सके। रोड की कंडीशन इतनी ख़राब होती है कि नॉर्मल आदमी उस पर बिल्कुल भी चल नहीं सकता, लेकिन हमारे में जज्बा रहता है। Whenever we ride it, give a meaningful messages wherever you go. ਅਸੀਂ ਜਦ ਵੀ ਦੇਸ਼ ਭਗਤੀ ਦੀ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਉਹ ਸ਼ੂਰਵੀਰ, ਉਹ ਕੁਰਬਾਨੀਆਂ ਯਾਦ ਆ ਜਾਂਦੀਆਂ ਨੇ ਜਿਹੜੀ ਕਿ ਸਾਡੀ ਦੇਸ਼ ਦੇ ਲਈ ਸਾਡੇ ਸ਼ਹੀਦਾਂ ਨੇ ਕੀਤੀ ਹੈ। ਲੇਕਿਨ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਸਿਰਫ ਉਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ ਜਦ ਜਾਂ ਫਿਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਜਾਂ ਕੋਈ ਖਾਸ ਅਵਸਰ, ਚਾਹੇ ਉਹ 15 ਅਗਸਤ ਹੋਣ ਜਾਂ ਫਿਰ 26 ਜਨਵਰੀ ਹੋਣ। ਲੇਕਿਨ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਤੇ ਇੱਕ ਦੇਸ਼ ਭਾਵਨਾ ਦੀ ਜਿਹੜੀ ਭਾਵਨਾ ਹੁੰਦੀ ਹੈ ਉਹ ਨੌਜਵਾਨਾਂ ਦੇ ਵਿੱਚ ਪੈਦਾ ਕਰਨ ਦੇ ਲਈ ਬਾਈਕ ਰਾਈਡਰਸ ਵੱਲੋਂ ਜਿਹੜੀ ਹੈ ਲਗਾਤਾਰ ਕਹੀਏ ਕਿ ਇੱਕ ਅਜਿਹੀ ਮਿਸਾਲ ਪੈਦਾ ਕਰ ਰਹੇ ਨੇ, ਇੱਕ ਮੋਟੀਵੇਸ਼ਨ ਜਿਹੜੀ ਹੈ ਉਹ ਨੌਜਵਾਨਾਂ ਨੂੰ ਦੇ ਰਹੇ ਨੇ ਕਿ ਕੁਰਬਾਨੀਆਂ ਨੂੰ ਨਾ ਭੁੱਲਿਆ ਜਾਵੇ, ਸ਼ਹੀਦਾਂ ਨੂੰ ਨਾ ਭੁੱਲਿਆ ਜਾਵੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈ ਬਾਈਕਸ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਬਾਈਕ ਰਾਈਡਰਸ ਨੇ ਰਾਈਡ ਕਰਦੇ ਨੇ ਤੇ ਬਾਈਕ ਰਾਈਡਰਸ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਪਹਿਲੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਥੇ ਤਿਰੰਗਾ ਲੱਗਿਆ ਹੈ, ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਕਹਿੰਦੇ ਨੇ ਤਿਰੰਗੇ ਨੂੰ, ਤੇ ਇਸੇ ਤਿਰੰਗੇ ਨੂੰ ਲਹਿਰਾਉਂਦੇ ਹੋਏ ਇਹ ਪੂਰੇ ਦੇਸ਼ ਵਿੱਚ ਜਿਹੜੀ ਹੈ ਯਾਤਰਾ ਕੱਢਦੇ ਨੇ ਤੇ ਮਿਲਦੇ ਨੇ ਲੋਕਾਂ ਨੂੰ, ਅਲੱਗ-ਅਲੱਗ ਰਿਸਪੌਂਸ ਵੀ ਮਿਲਦਾ ਹੈ। ਤੇ ਤਸਵੀਰਾਂ ਤੁਸੀਂ ਦੇਖੋ, ਤਿਰੰਗਾ ਜਿਹੜਾ ਕਿ ਦੇਸ਼ ਦੀ ਕਿਸੇ ਵੀ ਦੇਸ਼ ਦੀ ਜਿਹੜੀ ਹੈ ਸ਼ਾਨ ਦਰਸਾਉਂਦਾ ਹੈ ਤੇ ਇਹ ਤਿਰੰਗਾ ਇਹਨਾਂ ਦੀ ਬਾਈਕਸ ਪਿੱਛੇ ਲੱਗਿਆ ਹੋਇਆ ਨਜ਼ਰ ਆਉਂਦਾ ਹੈ। ਤੇ ਤਿੰਨੋਂ ਬਾਈਕ ਰਾਈਡਰਸ ਹਾਲਾਂਕਿ ਸ਼ੁਰੂਆਤ ਇੱਕ ਸ਼ਖਸ ਨੇ ਕੀਤੀ ਸੀ, ਲੇਕਿਨ ਹੁਣ ਉਹਨਾਂ ਦੇ ਨਾਲ ਕਹਿੰਦੇ ਨੇ ਕਿ ਕਾਫਲਾ ਵੱਧਦਾ ਜਾਂਦਾ ਹੈ। ਜਦ ਕੋਈ ਚੰਗੀ ਚੀਜ਼ ਹੁੰਦੀ ਹੈ ਤੇ ਇਹਨਾਂ ਦੇ ਨਾਲ ਜਿਹੜੇ ਦੋ ਹੋਰ ਬਾਈਕ ਰਾਈਡਰਸ ਵੀ ਜਿਹੜੀ ਹੈ ਉਹ ਰਾਈਡ ਕਰਦੇ ਨੇ ਦੇਸ਼ ਭਗਤੀ ਦੇ ਭਾਵਨਾ ਦੇ ਨਾਲ ਤੇ ਖਾਸ ਕਰ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ। ਸ਼ਹੀਦਾਂ ਦੀ ਤਸਵੀਰਾਂ ਵੀ ਇੱਥੇ ਲੱਗੀਆਂ, ਤੁਸੀਂ ਦੇਖੋ ਕਿ ਸ਼ਹੀਦ ਊਧਮ ਸਿੰਘ ਹੋਣ, ਸ਼ਹੀਦ ਭਗਤ ਸਿੰਘ ਹੋਣ, ਰਾਜਗੁਰੂ ਹੋਣ, ਸੁਖਦੇਵ ਹੋਣ, ਚੰਦਰ ਸ਼ੇਖਰ ਆਜ਼ਾਦ ਹੋਣ, ਡਾਕਟਰ ਭੀਮ ਰਾਓ ਅੰਬੇਡਕਰ ਹੋਣ, ਲਾਲਾ ਲਾਜਪਤ ਰਾਏ ਹੋਣ, ਯਾਨੀ ਕਿ ਹਰ ਇੱਕ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਜਿਹੜਾ ਇੱਥੇ ਇੱਕ ਤਰੀਕੇ ਦੇ ਨਾਲ ਅਸੀਂ ਕਹੀਏ ਕਿ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਕੁਰਬਾਨੀ ਕੀਤੀ, ਉਹ ਕੁਰਬਾਨੀ ਦੀ ਜਿਹੜੀ ਸਹੀ ਵੈਲਿਊ ਅਸੀਂ ਜਾਣ ਸਕੇ, ਇਹ ਇਹਨਾਂ ਦਾ ਮੁੱਖ ਮਕਸਦ ਹੈ। ਤੇ ਬਾਈਕ ਰਾਈਡਰਸ ਨੇ MK ਨੇ ਸਾਡੇ ਨਾਲ। MK ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਡਿਫੈਂਸ ਵਿੱਚ ਵੀ ਰਹੇ ਤੇ ਡਿਫੈਂਸ ਦੇ ਵਿੱਚ ਤਾਂ ਵੈਸੇ ਹੀ ਆਪਣੇ ਆਪ ਹੀ ਦੇਸ਼ ਭਾਵਨਾ ਆ ਜਾਂਦੀ ਹੈ। ਪ੍ਰੈਜ਼ੀਡੈਂਟ ਆਫਿਸ ਤੁਸੀਂ ਕੰਮ ਕਰਦੇ ਹੋ, ਹੋਰ ਵੀ ਬਹੁਤ ਸਾਰੀ ਜਿਹੜੀ ਉਪਲਬਧੀਆਂ ਤੁਸੀਂ ਅਚੀਵ ਕੀਤੀ ਹੈ, ਲੇਕਿਨ ਇੱਕ ਜਿਹੜੀ ਇਹ ਸਫ਼ਰ ਹੈ, ਇਸ ਸਫ਼ਰ ਦੀ ਸ਼ੁਰੂਆਤ ਕਿੱਦਾਂ ਹੋਈ? ਮੈਂ ਜਦੋਂ ਛੋਟਾ ਸੀ ਤਾਂ ਬਚਪਨ 'ਚ ਆਪਣੇ ਪੂਰਵਜ ਜਿਹੜੇ ਪੁਰਾਣੇ ਮੇਰੇ ਨਾਨੀ ਜੀ ਹੈ, ਮੇਰੇ ਫਾਦਰ ਮਦਰ, ਜਦੋਂ ਕੋਈ ਰੈਲੀ ਜਾਂ ਕੋਈ ਸਮਾਗਮ ਹੁੰਦਾ ਸੀ ਸ਼ਹੀਦਾਂ ਪ੍ਰਤੀ, ਉੱਥੇ ਜਾਂਦੇ ਸੀ। ਉੱਥੋਂ ਦੇਖਦਾ ਸੀ ਉਹਨਾਂ ਦੀਆਂ ਕਹਾਣੀਆਂ, ਨਾਟਕ ਚੱਲਦੇ ਸੀ, ਪੁਰਾਣਾ ਕਲਚਰ ਦਿਖਾਇਆ ਜਾਂਦਾ ਸੀ ਕਿ ਕਿੱਦਾਂ ਸਾਡੇ ਸ਼ਹੀਦਾਂ ਨੇ ਮਤਲਬ ਸ਼ਹੀਦੀਆਂ ਦਿੱਤੀਆਂ ਤਾਂ ਉਹ ਸਾਡਾ ਦੇਸ਼ ਆਜ਼ਾਦ ਹੋਇਆ। ਬਟ ਰਾਜਨੀਤਿਕ ਦਲਾਂ ਨੇ ਇਸ ਚੀਜ਼ ਨੂੰ ਸਿਰਫ ਵੋਟਿੰਗ ਲਈ ਔਰ ਆਪਣੇ ਸਪੋਰਟ ਲਈ ਯੂਜ਼ ਕੀਤਾ, ਬਟ ਸ਼ਹੀਦਾਂ ਪ੍ਰਤੀ ਕਦੇ ਸਨਮਾਨ ਨਹੀਂ ਕੀਤਾ ਉਹਨਾਂ ਦਾ। ਬਟ ਉੱਥੋਂ ਪ੍ਰੇਰਨਾ ਮਿਲੀ ਜਦੋਂ ਵੀ ਕੋਈ ਗੌਰਮੈਂਟ ਜੋਬ ਜਾਂ ਕਿਸੇ ਜਗ੍ਹਾ ਕਰਦਾ ਸੀ ਅਤੇ ਸ਼ਹੀਦਾਂ ਪ੍ਰਤੀ ਜਦੋਂ ਵੀ ਕੋਈ ਸਮਾਗਮ ਹੁੰਦਾ ਸੀ, ਸਿਰਫ ਲੋਕ ਫੋਟੋ ਖਿਚਾਉਣ ਆਉਂਦੇ ਆ, ਬਟ ਦਿਲੋਂ ਕੋਈ ਨਹੀਂ ਆਉਂਦਾ, ਦਿਲੋਂ ਕੋਈ ਸਨਮਾਨ ਨਹੀਂ ਕਰਨਾ ਸ਼ਹੀਦਾਂ ਦਾ ਕਰਨਾ ਚਾਹੁੰਦਾ। ਅੱਜ ਕੱਲ੍ਹ ਦੀ ਜਨਰੇਸ਼ਨ ਇਹਨਾਂ ਨੂੰ ਭੁੱਲ ਹੀ ਚੁੱਕੀ ਹੈ। ਸਿਰਫ ਕਿਤਾਬਾਂ ਅਤੇ ਪੁਸਤਕਾਂ 'ਚ, ਸਿਰਫ ਇਸ਼ਤਿਹਾਰਾਂ 'ਚ ਇਹਨਾਂ ਨੂੰ ਦੇਖਦੀ ਹੈ, ਸਲੂਟ ਕਰਦੀ ਹੈ, ਬਟ ਦਿਲੋਂ ਕੋਈ ਨਹੀਂ ਕਰਦਾ ਇਹਨਾਂ ਨੂੰ। ਇਸ ਯਾਤਰਾ ਦੇ ਰਾਹੀਂ ਤਿਰੰਗਾ ਤੁਸੀਂ ਲਗਾਇਆ ਹੈ ਤੇ ਖਾਸ ਕਰ ਤਸਵੀਰਾਂ ਜਿਹੜੀ ਸ਼ਹੀਦਾਂ ਦੇ ਇੱਥੇ ਹੈ, ਕਿਸ ਤਰੀਕੇ ਨਾਲ ਜਾਗਰੂਕ ਹੁੰਦੇ ਨੇ ਲੋਕ, ਕਿਵੇਂ ਅਪਰੋਚ ਕਰਦੇ ਨੇ ਤੁਹਾਨੂੰ ਜਦੋਂ ਦੇਖਦੇ ਹੈ, ਕੀ ਉਹਨਾਂ ਦਾ ਰਿਸਪੌਂਸ ਰਹਿੰਦਾ? ਮੈਂ ਜਦੋਂ ਵੀ ਜਿਹੜੇ ਸਟੇਟ 'ਚੋਂ ਕ੍ਰੋਸ ਕਰਦਾ, ਉਹ ਸਟੇਟ ਦੇ ਰਾਈਡਰ ਜਿਹੜੇ ਬਹੁਤ ਵੱਡੇ ਵੱਡੇ ਰਾਈਡਰ ਆਲਰੇਡੀ ਹੋ ਚੁੱਕੇ ਨੇ, ਆਪਣੇ ਨੂੰ ਮਤਲਬ ਕੋਈ ਉਹਨਾਂ ਨੂੰ 10 ਮਿਲੀਅਨ, ਕੋਈ 50-20 ਮਿਲੀਅਨ ਲੋਕ ਉਹਨਾਂ ਨੂੰ ਜਾਣਦੇ ਆ, ਆਲਰੇਡੀ ਜਾਗਰੂਕ ਨੇ ਉਹਨਾਂ ਬਾਰੇ। ਉਹ ਰਾਈਡਰ ਜਦੋਂ ਮੈਨੂੰ ਦੇਖਦੇ ਆ ਕਿ ਰਾਈਡ ਕਰ ਰਿਹਾ ਸ਼ਹੀਦਾਂ ਪ੍ਰਤੀ, ਉਹਨਾਂ ਦਾ ਜਿਹੜਾ ਜਜ਼ਬਾ ਹੁੰਦਾ ਉਹ ਮੈਨੂੰ ਉਹ ਪ੍ਰੇਰਨਾ ਜਗਾਉਂਦੀ ਉਹਨਾਂ ਦੀ। ਜਦੋਂ ਉਹ ਮੈਨੂੰ ਇਨਵਾਈਟ ਕਰਦੇ ਆ, ਸਪੈਸ਼ਲ ਆਪਣਾ ਕਾਲਿੰਗ ਕਰਦੇ ਆ, ਮੈਨੂੰ ਇਸ ਰੋਡ ਤੇ ਕ੍ਰੋਸ ਕਰ ਰਹੇ ਤਾਂ ਪਲੀਜ਼ ਸਾਡੇ ਕੋਲ स्टे करो आज ਦਾ।
ਮੈਂ ਉੱਥੇ ਜਾਂਦਾ ਤਾਂ ਫਿਰ ਉਹਨਾਂ ਆਪਣੇ ਸ਼ਹੀਦਾਂ ਬਾਰੇ ਜੋ ਵੀ ਪ੍ਰੇਰਨਾ ਮੇਰੇ ਦਿਲ 'ਚ ਹੈ ਉਹਨਾਂ ਨੂੰ ਦੱਸਦਾ, ਜਾਗਰੂਕ ਕਰਦਾ ਕਿ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਮੋਟੀਵੇਟ ਕਰੋ, ਕੋਈ ਰਾਈਡ ਐਸੀ ਸਟਾਰਟ ਕਰੋ ਜੋ ਸ਼ਹੀਦਾਂ ਪ੍ਰਤੀ ਜਾਗਰੂਕ ਕਰ ਸਕਦੀ ਹੋਵੇ। ਤਾਂ ਮੈਨੂੰ ਕੋਈ ਵਾਅਦਾ ਕਰਦਾ ਕਿ ਅਸੀਂ ਜਦੋਂ ਵੀ ਰਾਈਡ ਸਟਾਰਟ ਕਰਾਂਗੇ ਤੁਹਾਨੂੰ ਇਨਵੀਟੇਸ਼ਨ ਪੱਕਾ ਆਏਗਾ ਕਿ ਤੁਸੀਂ ਸਾਡੀ ਰਾਈਡ ਨੂੰ ਜੁਆਇਨ ਕਰੋ ਸ਼ਹੀਦਾਂ ਪ੍ਰਤੀ। ਸ਼ਹੀਦਾਂ ਪ੍ਰਤੀ ਜਿਹੜਾ ਪ੍ਰੇਮ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਵਾਲੇ ਦਿਨ ਹੀ ਜਿਹੜਾ ਇਹਨਾਂ ਨੂੰ ਬੁੱਕ ਆਫ ਰਿਕਾਰਡਸ, ਇੰਡੀਆ ਬੁੱਕ ਆਫ ਰਿਕਾਰਡਸ 'ਚ ਤੁਹਾਡਾ ਨਾਂ ਜਿਹੜਾ ਦਰਜ ਕੀਤਾ ਗਿਆ। ਹਾਂਜੀ, ਆ ਜਿਹੜੀ ਆਰਮੀ ਵੱਲੋਂ ਔਰ ਆਪਣੇ ਇੱਕ ਟਰਾਈ ਕਲਰ ਯਾਤਰਾ ਕੱਢੀ ਗਈ ਸੀ ਜਿਹੜੀ ਲੇਹ ਤੋਂ ਖਰਦੁੰਗਲਾ ਪਾਸ ਤੱਕ, ਦਿੱਲੀ ਤੋਂ ਖਰਦੁੰਗਲਾ ਪਾਸ ਤੱਕ ਸੀ, ਜਿਹਦੇ 'ਚ 18,310 ਫੀਟ ਹਾਈਟ ਹੈ। ਉੱਥੋਂ ਰਾਈਡ ਨੂੰ ਉਸਨੂੰ ਹਿੱਟ ਕਰਕੇ ਔਰ ਪਰਨਾਮ ਜਿਹੜੀ ਟ੍ਰਿਬਿਊਟ ਟੂ ਮੈਰਾਥਨ ਰਾਈਡ ਕੀਤੀ ਸੀ, ਸਟਾਰਟ ਕੀਤੀ ਦਿੱਲੀ ਤੋਂ, ਉੱਥੇ ਤੱਕ ਜਾ ਆਈ ਹੈ ਔਰ ਇਸ ਟਾਈਮ 17,500 ਕਿਲੋਮੀਟਰ ਕਵਰ ਕਰ ਚੁੱਕਿਆ, ਉਹ ਵੀ 32 ਦਿਨਾਂ 'ਚ। ਔਰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਡਿਸਬਿਲਿਟੀ ਪਰਸਨ ਕੁਝ ਨਹੀਂ ਕਰ ਸਕਦੇ, ਉਸ ਸੋਚ ਨੂੰ ਵੀ ਬਦਲਣਾ ਚਾਹੁੰਦਾ ਕਿ ਡਿਸਬਿਲਿਟੀ ਪਰਸਨ ਜਦੋਂ ਵੀ ਆਪਣੇ ਦਿਲ ਤੋਂ ਤਗੜਾ ਹੁੰਦਾ ਨਾ, ਜਿਹੜਾ ਦਿਲ ਤੋਂ ਮਜ਼ਬੂਤ ਹੁੰਦਾ, ਉਹ ਕਿਸੇ ਵੀ ਪ੍ਰਤੀ ਜਾਗਰੂਕ ਕਰਨ ਵਾਸਤੇ ਤਿਆਰ ਹੋ ਜਾਂਦਾ। ਔਰ ਸ਼ਹੀਦਾਂ ਪ੍ਰਤੀ ਖਾਸ ਕਰਕੇ ਸਾਨੂੰ ਜਾਗਰੂਕ ਹੋਣਾ ਚਾਹੀਦਾ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਭੁੱਲ ਚੁੱਕੀ ਹੈ। ਬਿਲਕੁਲ, ਤੇ ਡਿਸੇਬਲ ਤੁਸੀਂ ਜਿਹੜਾ ਹੈ ਉਹ ਸਰੀਰ ਤੋਂ ਨਹੀਂ ਦਿਮਾਗ ਤੋਂ ਹੋ ਜਾਂਦੇ ਹੋ, ਇਹ ਜਿਹੜਾ ਮੈसेज ਤੁਸੀਂ देने की कोशिश करते हो। आप किस तरह से कनेक्ट हुए इनके साथ, क्योंकि बहुत ही अलग, ये कह रहे हैं कि बचपन से इनका था, आपने कहाँ देखा इनको, क्या वीडियो देखा था, किस तरह? मैं एक ये प्रोफेशनल बाइक राइडर हूँ, मैंने ऑल इंडिया बाइक राइड की हुई है। एक नॉर्मल बाइक राइड के लिए मैं जाता हूँ, पेन कितना होता है, हम 26 घंटे चलते हैं, तो एक नॉर्मल आदमी को इतना पेन होता है। तो मुझे हमें लगा कि एक हैंडीकैप राइडर अगर मतलब राइड कर रहा है तो इनको रिस्पेक्ट मतलब एक ये सल्यूट बनता है हमारी तरफ से, इसलिए हम लोग इनके दिल से जुड़े हैं। ये जब भी कहीं भी राइड करेंगे, ऑल इंडिया भी हो गए, हम नेक्स्ट नेपाल इनको स्पेशली छोड़ने के लिए जाएगी पूरी टीम, और इनको हम पूरा सपोर्ट करेंगे। इनके जो नेक्स्ट राइड है वर्ल्ड टूर की, उसमें भी हम दिल से सपोर्ट करेंगे। ये दिल से सपोर्ट करने के लिए मैं तो दिल्ली से हूँ, एक्चुअली मैं महाराष्ट्र से आता हूँ, और महाराष्ट्र में कंट्री बहुत ज़्यादा है कि एक जज्बा है महाराष्ट्र में, पंजाब और महाराष्ट्र के एक जज्बा लेके चलते हैं हमेशा। ये स्पेशली हमें बेंगलोर से ज्वाइन करने के लिए आए, मतलब एक जज्बा देख के, मतलब एक राइडर ऐसा है, हम भी राइडर है, लेकिन किसी को चोट लगी वो अनपॉसिबल है जो राइड कर सके, लेकिन इन्होंने ऑल इंडिया राइड के इस जज्बे से, तो इस जज्बे से इनके हम भी जुड़े हैं। ये इतने दूर से आए बेंगलोर से इस जज्बे से कि एक मतलब अनपॉसिबल है जो कोई भी कर नहीं सकता, तो इनके हम साथ है। नेक्स्ट राइड हम नेपाल जा रहे हैं, नेपाल में हम इनके साथ है, और वहाँ से ये वर्ल्ड टूर करेंगे, तो हमारा इनको पूरा सपोर्ट है। तो परिस्थितियाँ किस तरह की रहती हैं, डिफ़िकल्टीज़ भी बहुत होती होंगी इनके साथ, जैसे आप लोग जा रहे हो तो लेह की, इन्होंने बताया भी लेह से ही आप लोग वापस आ रहे हैं, कहीं बहुत गर्मी है, कहीं बहुत ठंड है, माइनस में टेम्परेचर है, तो किस तरह से मतलब उन सिचुएशन का आप लोग सामना करें? दिल्ली में एक मैम जज्बा चाहिए आपके कि हम कर सकते हैं। रोड की कंडीशन इतनी ख़राब होती है कि नॉर्मल आदमी उस पर बिल्कुल भी चल नहीं सकता, लेकिन हमारे में जज्बा रहता है। एक जज्बा हमारे आगे रहेगा तो इसका जज्बा हमारे पीछे रहता है, या अगर हमारे आगे चल रहे तो हमें पूरा जज्बा है कि एक मतलब ये चल रहे तो हमें तो मतलब इनके पीछे से चलना ही चलना है, तो हम जज्बा लेके चलते हैं। एक जज्बा हमारे सामने खड़ा है, तो जो इतना एक इनको अचीवमेंट करना है। तो वहाँ पर आपको आर्मी वाले भी मिलते होंगे, उन लोगों को देख के तो और जोश आ जाता होगा लेह लद्दाख में, जहाँ बॉर्डर साइड आप लोग जाते कहीं पर भी? लेह लद्दाख में हम ऑल इंडिया से लोग आते हैं। अगर कभी हम थोड़ा सा थक जाए ना, तो लोगों की नंबर प्लेट देख के जज्बा आता है कि लोग कहाँ से आ रहे हैं, तो इसी जज्बे को लेके हम आगे चलते हैं। ਤੇ ਬੈਂਗਲੌਰ ਤੋਂ ਵੀ ਜੁੜੇ ਇਹਨਾਂ ਨਾਲ ਜੁੜੇ ਨੇ। ਅਸੀਂ ਕਹਿੰਦੇ ਨੇ ਕਿ ਦੇਸ਼ ਸਾਡਾ ਇੱਕ ਹੀ ਹੈ, ਭਲੇ ਸਾਡੀ ਭਾਸ਼ਾਵਾਂ ਅਲੱਗ ਨੇ ਜਾਂ ਸਾਡਾ ਕਲਚਰ ਡਿਫਰੈਂਟ ਹੈ, ਲੇਕਿਨ ਜਦ ਗੱਲ ਆਉਂਦੀ ਹੈ ਦੇਸ਼ ਦੀ ਤੇ ਸਾਰੇ ਇਕਜੁੱਟ ਹੋ ਜਾਂਦੇ ਨੇ। ਵਾਟਸ ਯੂਰ ਨੇਮ? Agnish. Agnish, how do you connect to Mr. MK? Like, what is the best thing you like about him, and you मतलब आपने ये फैसला किया you need to contact him? So when he came to Bangalore for the ride, so I just had a talk with him. So his idea to like give the tribute to the marathons was very great. So I also wanted to join him, but I couldn't join him at then. But now when he started this, I just like with him now. This is very great. So even with the disability, the like his willpower is very great. And so even the places where he's traveling is very difficult in the bike to travel, but still he is achieving it. So it's very good. So do you think the message you want to convey by the bike riding, that is going to convey by you?
So for I always say is bike riding is very great. So whenever you ride it, just be thinkful and just ride. And also whenever we ride it, give a meaningful messages wherever you go. And as he's giving the message, to give the tribute to the Marathons. So it can be any idea, but just whenever you go anywhere, just try to give some idea, try to educate people everywhere you go. Be safe, but drive safe. You are giving tribute to martyrs. What about the tricolor? How people respond to tricolor when they see Tiranga? How do they respond to you? When like tricolor is always our flag, right? So people whenever they give the respect. So they salute us. Like wherever we go, we get better respect. So it's so great too. ਓਕੇ ਸੋ ਬਿਲਕੁਲ ਤੇ ਆਪਣੀ ਭਾਵਨਾ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਅੱਛਾ ਐਮ ਕੇ ਜਦ ਅਸੀਂ ਦੇਸ਼ ਭਾਵਨਾ ਦੀ ਗੱਲ ਕਰਦੇ ਹਾਂ ਤੇ ਤੁਸੀਂ ਕਿਹਾ ਕਿ ਤੁਸੀਂ ਆਪਣੀ ਡਿਸੇਬਿਲਿਟੀ ਨੂੰ ਵੀ ਜਿਹੜਾ ਹੈ ਉਸ ਨੂੰ ਇਗਨੋਰ ਕੀਤਾ ਕਿਉਂਕਿ ਇੱਕ ਫੀਲਿੰਗ ਹੋ ਜਾਂਦੀ ਹੈ ਜਦ ਵੀ ਤੁਸੀਂ ਇਸ ਬਾਈਕ ਰਾਈਡ ਤੇ ਜਾਂਦੇ ਹੋ ਤੇ ਕਈ ਕੰਡੀਸ਼ਨ ਅਜਿਹੇ ਹੁੰਦੀਆਂ ਹੋਣੀਆਂ ਬਹੁਤ ਡਿਫਿਕਲਟੀਜ਼ ਵੀ ਆਉਂਦੀਆਂ ਤੇ ਪੀਪਲ ਲੋਕ ਕਿਸ ਤਰੀਕੇ ਨਾਲ ਰਿਸਪੌਂਡ ਕਰਦੇ ਆ ਮੈਂ ਜਦੋਂ ਵੀ ਰਾਈਡ ਕਰਦਾ ਜਿੱਥੋਂ ਵੀ ਲੰਘਦਾ ਬਟ ਲੋਕ ਕਦੇ ਮਤਲਬ ਫੀਲ ਨਹੀਂ ਕਰਦੇ ਕਿ ਹੈਂਡੀਕੈਪ ਪਰਸਨ ਹੈ ਜਦੋਂ ਮੈਂ ਬਾਈਕ ਤੋਂ ਉਤਰਦਾ ਤਾਂ ਚੱਲਦਾ ਨਾ ਤਾਂ ਉਹਨਾਂ ਨੂੰ ਫੀਲ ਹੁੰਦਾ ਕਿ ਯਾਰ ਇਹ ਲੰਘਾ ਕਿਉਂ ਰਿਹਾ ਫਿਰ ਦੇਖਦੇ ਕਿ ਨਹੀਂ ਮੈਂ ਜਦੋਂ ਦੱਸਦਾ ਕਿ ਮੇਰੀ ਲੈਗ ਸ਼ਾਰਟ ਹੈ ਔਰ 90 ਡਿਗਰੀ ਮੈਂ ਮੂਵ ਕਰ ਸਕਦੀ ਉਸ ਤੋਂ ਉੱਪਰ ਨਹੀਂ ਕਰ ਸਕਦੀ ਫਿਰ ਇੱਕਦਮ ਸ਼ੌਕ ਹੋ ਜਾਂਦੇ ਕਿ ਜਦੋਂ ਇਹ ਬੰਦਾ ਇੱਕ ਸ਼ਹੀਦਾਂ ਪ੍ਰਤੀ ਭਾਵਨਾ ਲਾ ਸਕਦਾ ਆਪਣੇ ਦੇਸ਼ 'ਚ ਚੱਲ ਸਕਦਾ ਤੇ ਅਸੀਂ ਇਹਦੇ ਨਾਲ ਕਿਉਂ ਨਹੀਂ ਸਾਡੇ ਨਾਲ ਫਿਰ ਹੋਰ ਦਿਲੋਂ ਜੁੜਦੇ ਔਰ ਉਹ ਅਪਰੋਚ ਕਰਦੇ ਕਿ ਨੈਕਸਟ ਟਾਈਮ ਜਦੋਂ ਵੀ ਤੁਸੀਂ ਆਓ ਨੇਪਾਲ ਆਓ ਭੂਟਾਨ ਆਓ ਔਰ 18 ਕੰਟਰੀਆਂ ਜਿਹੜੀ ਇੰਡੀਆ ਟੂ ਵਰਲਡ ਬਾਹਰ ਰਾਈਡ ਕਰਨ ਜਾ ਰਹੇ ਹਾਂ 18 ਕੰਟਰੀ ਤੋਂ ਆਲਰੇਡੀ ਇਨਵੀਟੇਸ਼ਨ ਆ ਚੁੱਕਿਆ ਬਟ ਇੰਡੀਆ ਟੂ ਹਾਲੇ ਸਾਨੂੰ ਫਾਈਨਲ ਡੇਟ ਨਹੀਂ ਕਨਫਰਮ ਹੋਈ ਜਦੋਂ ਉਹ ਕਨਫਰਮ ਹੋਏਗੀ ਉਹਨਾਂ ਨੂੰ ਫਿਰ ਇਨਵੀਟੇਸ਼ਨ ਵਾਸਤੇ ਆਪਣੇ ਇੰਡੀਆ 'ਚ ਆਉਣਗੇ ਕਿਉਂਕਿ ਉਹਨਾਂ ਦੇ ਜੁਆਇਨ ਉਹਨਾਂ ਨੇ ਵੀ ਉਹਨਾਂ ਦੇ ਰਾਈਡਰਾਂ ਨੇ ਆਪਣੇ ਇਸ ਰਾਈਡ ਨੂੰ ਜੁਆਇਨ ਕਰਨਾ ਤੁਹਾਡੀ ਰਾਈਡ ਜਬ ਕਿਤੋਂ ਵੀ ਨਿਕਲਦੀ ਹੈ ਕਿਸੇ ਵੀ ਸ਼ਹਿਰ ਤੋਂ ਲੋਕੀ ਭਾਰਤ ਮਾਤਾ ਦੀ ਜੈ ਇਸ ਤਰੀਕੇ ਦੇ ਨਾਅਰੇਬਾਜ਼ੀ ਕਰਦੇ ਮੈਮ ਜਦੋਂ ਵੀ ਕੋਈ ਲੰਘਦੇ ਆ ਜਦੋਂ ਕ੍ਰੋਸਿੰਗ ਕਰਦੇ ਆ ਤਾਂ ਤਿਰੰਗੇ ਨੂੰ ਦੇਖ ਕੇ ਕਈ ਸਲੂਟ ਕਰਦੇ ਕੋਈ ਸਲੂਟ ਕਰਦੇ ਆ और कुछ थम करते और कुछ लोग प्रणाम भी करते और कुछ कहते हैं कि जय हिंद और कई लोग इदा ही मिलते कि जो बैक साइड का बोर्ड देखते हैं तो गड्डी रोक के कहते भाजी कुछ डोनेशन भी करके जाते हाँ जी कई रोड लोग इदा दे मिले जो मैं राइड स्टार्ट की सी जो हूँ 3500 किलोमीटर करके आया तो जान लगे अपने रूपनगर तक बीटेक कंपनी है छोटी हाले नवीं स्टार्टिंग उन्होंने वालों उन्होंने प्रधान अपने रूपनगर के एक मेयर ने 10,000 ਦੀ ਇੱਕ ਪੇਡ ਦਿੱਤੀ ਸਟਾਰਟਿੰਗ ਲਗਾ ਕਿ ਰਾਈਡ ਦਾ ਜਿਹੜਾ ਪੈਟਰੋਲ ਹੈ ਉਹ ਮੇਰੇ ਵੱਲੋਂ ਸਪਾਂਸਰ ਕਰਦੇ ਹੈ ਉਹ ਸਿਰਫ ਇਸ ਲਈ ਨਹੀਂ ਕਿ ਰਾਈਡ ਕਰ ਸਕੇ ਬਟ ਜਿਹੜਾ ਇੱਕ ਮਕਸਦ ਹੈ ਕਿ ਨੌਜਵਾਨ ਨਾ ਭੁੱਲੇ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸਿਰਫ ਉਹ ਫੋਟੋਆਂ ਤੱਕ ਸੀਮਿਤ ਨਾ ਹੋ ਜਾਣ ਉਹਨਾਂ ਦੀ ਜਿਹੜੀ ਇੱਕ ਵਿਚਾਰਧਾਰਾ ਸੀਗੀ ਉਹ ਅਸੀਂ ਜਿਹੜਾ ਆਪਣੇ ਜੀਵਨ ਦੇ ਵਿੱਚ ਵੀ ਅਪਣਾਉਣ ਖਾਸ ਕਰ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਕਿਉਂਕਿ ਕਿਤਾਬਾਂ ਦੇ ਵਿੱਚ ਤਾਂ ਅਸੀਂ ਪੜ੍ਹਦੇ ਹਾਂ ਲੇਕਿਨ ਜ਼ਰੂਰੀ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਵੀ ਲਾਗੂ ਕਰਨਾ ਉਸ ਨੂੰ ਮੰਨਣਾ ਇਹ ਬੇਹੱਦ ਜ਼ਰੂਰੀ ਹੈ ਤੇ ਆਲ ਦਾ ਵੈਰੀ ਬੈਸਟ ਸਾਰਿਆਂ ਨੂੰ ਕਿਉਂਕਿ ਤੁਸੀਂ ਜਿਹੜਾ ਇੱਕ ਮੋਟਿਵ ਲੈ ਕੇ ਚੱਲ ਰਹੇ ਹੋ ਇਹ ਬਹੁਤ ਜ਼ਿਆਦਾ ਹੀ ਕਹੀਏ ਕਿ ਇੱਕ ਵੱਖਰਾ ਤਾਂ ਹੈ ਹੀ ਹੈ ਲੇਕਿਨ ਖਾਸ ਕਰ ਸਾਡੀ ਜਿਹੜੀ ਯੂਥ ਹੈ ਉਹਨਾਂ ਨੂੰ ਜਿਹੜਾ ਹੈ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ ਔਰ ਇੱਕ ਚੀਜ਼ ਹੋਰ ਜਾਗਰੂਕ ਤਾਂ ਹੀ ਕਰ ਸਕਦੇ ਇੱਕ ਰਾਇਲ ਐਨਫੀਲਡ ਵੱਲੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਜਿਹੜੀ ਵੀ ਸਟੇਟ 'ਚ ਲੰਘਦਾ ਉੱਥੇ ਸ਼ੋਰੂਮ ਹੁੰਦਾ ਰਾਇਲ ਐਨਫੀਲਡ ਦਾ ਫ੍ਰੀ ਐਂਡ ਕਾਸਟ ਉਹਨਾਂ ਦੀ ਰਿਪੇਅਰਿੰਗ ਮੇਨਟੇਨੈਂਸ ਉਹਨਾਂ ਫ੍ਰੀ ਹੁੰਦੀ ਹੈ ਔਰ ਬਹੁਤ ਪਿਆਰ ਮਿਲਦਾ ਔਰ ਰਾਇਲ ਐਨਫੀਲਡ ਹੀ ਸ਼ਾਇਦ ਸਪਾਂਸਰ ਕਰੇਗਾ ਬਾਈਕ ਨੈਕਸਟ ਨਵੀਂ ਆਏਗੀ उस ते ही इंडिया टू वर्ल्ड राइड कराएंगे नेक्स्ट और जय हिंद जय भारत वंदे मातरम वंदे मातरम प्रणाम शहीदों को प्रणाम शहीदों को ਠੀਕ ਹੈ ਤੇ ਬਿਲਕੁਲ ਸ਼ਹੀਦਾਂ ਨੂੰ ਪ੍ਰਣਾਮ ਹੈ ਸਾਡੇ ਵੱਲੋਂ ਵੀ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਅਚੀਵਮੈਂਟ ਇਹਨਾਂ ਨੇ ਭਾਰਤ ਦੇ ਵਿੱਚ ਕੀਤੀ ਹੈ ਹੁਣ ਭਾਰਤ ਤੋਂ ਬਾਹਰ ਜਾ ਕੇ ਹੋਰ ਦੇਸ਼ਾਂ ਦੇ ਵਿੱਚ ਵੀ ਇੱਕ ਮੋਟਿਵ ਜਿਹੜਾ ਭਾਰਤੀ ਸ਼ਹੀਦਾਂ ਦਾ ਲੈ ਕੇ ਚਲੇ ਨੇ ਉਸ ਮੋਟਿਵ ਨੂੰ ਜ਼ਰੂਰ ਪੂਰਾ ਕਰਨ ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ ਸਾਂਝਾ ਟੀਵੀ ਚੰਡੀਗੜ੍ਹ